ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬਾਈਡਨ ਦਾ ਕੀਸਟੋਨ ਪਾਈਪਲਾਈਨ ਬਾਰੇ ਐਲਾਨ, ਟਰੂਡੋ ਨੂੰ ਝਟਕਾ, ਐਨਡੀਪੀ ਖੁਸ਼। ਕੋਰੋਨਾ ਦੇ ਡਰ ਤੋਂ 3 ਮਹੀਨੇ 에ਅਰਪੋਰਟ ਸੁੱਤਾ ਰਿਹਾ ਵਿਅਕਤੀ, ਕੋਰੋਨਾ ਕਾਰਨ ਘਰ ਜਾਣ ਤੋਂ ਸੀ ਡਰਦਾ। ਕੋਰੋਨਾ ਵਾਇਰਸ ਨੇ ਖੋਇਆ ਕਈਆਂ ਦਾ ਰੋਜ਼ਗਾਰ, ਜਾਣੋ ਕਿੰਨੇ ਲੋਕਾਂ ਦੀ ਕੋਰੋਨਾ ਕਾਰਨ ਗਈ ਨੌਕਰੀ। ਪਹਿਲੀ ਵਾਰ ਬੱਚਾ ਕੋਰੋਨਾ ਕਾਰਨ ਆਈਸੀਯੂ ਦੇ ਵਿੱਚ ਦਾਖਲ, ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਆਇਆ ਸਾਹਮਣੇ। ਓਨਟਾਰੀਓ ਦੇ ਵਿੱਚ ਵੱਧ ਸਕਦੇ ਹਨ ਕੋਰੋਨਾ ਮਾਮਲੇ, ਰੋਜ਼ਾਨਾ ਵੱਧ ਸਕਦੇ ਹਨ 40,000 ਮਾਮਲੇ। ਜੋ ਬਾਈਡਨ ਕੀਸਟੋਨ ਪਾਈਪਲਾਈਨ ਦੇ ਬਾਰੇ ਵਿੱਚ ਇੱਕ ਵੱਡਾ ਐਲਾਨ ਕਰ ਸਕਦੇ ਹਨ, ਜਾਣੀ ਕਿ ਇਸ ਨੂੰ ਬੰਦ ਕਰ ਸਕਦੇ ਹਨ। ਇਹ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਹਨ। ਇਸ ਗੱਲ ਦਾ ਇਹ ਜੋ ਖਬਰ ਸਾਹਮਣੇ ਆ ਰਹੀ ਹੈ, ਸਵਾਗਤ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਅਤੇ ਗ੍ਰੀਨ ਪਾਰਟੀ ਦੀ ਮੁਖੀ ਵੱਲੋਂ ਵੀ ਕੀਤਾ ਗਿਆ ਹੈ। ਨਾਲ ਹੀ ਉੱਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਲਗਾਤਾਰ ਇਸ ਪ੍ਰੋਜੈਕਟ ਦੀ ਹਮਾਇਤ ਕਰਦੇ ਨਜ਼ਰ ਆਏ ਹਨ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋ ਬਾਈਡਨ ਕਾਰਜਕਾਲ ਸੰਭਾਲਣ ਦੇ ਪਹਿਲੇ ਦਿਨ ਕੈਨੇਡਾ ਨੂੰ ਝਟਕਾ ਦੇ ਸਕਦੇ ਨੇ। ਜੋ ਬਾਈਡਨ ਕੈਨੇਡੀਅਨ ਆਰਥਿਕਤਾ ਦੇ ਲਈ ਅਹਿਮ ਕੀਸਟੋਨ ਪਾਈਪਲਾਈਨ ਦੇ ਪਰਮਿਟ ਨੂੰ ਰੱਦ ਕਰ ਸਕਦੇ ਹਨ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਝਟਕਾ ਲੱਗਿਆ ਹੈ, ਪਰ ਐਨਡੀਪੀ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ। ਅਜਿਹਾ ਕਦਮ ਜੋ ਬਾਈਡਨ ਚੁੱਕ ਸਕਦੇ ਹਨ, ਇਹ ਅਹਿਮ ਜਾਣਕਾਰੀ ਵੱਖ-ਵੱਖ ਸੂਤਰਾਂ ਦੇ ਰਾਹੀਂ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਗ੍ਰੀਨ ਪਾਰਟੀ ਲੀਡਰ ਐਨਾਮੀ ਪੌਲ ਨੇ ਕਿਹਾ ਹੈ ਕਿ ਜੋ ਬਾਈਡਨ ਦੇ ਇਸ ਫੈਸਲੇ ਨੇ ਦਿਖਾ ਦਿੱਤਾ ਹੈ ਕਿ ਉਹ ਕਲਾਈਮੇਟ ਵਾਰੀਅਰ ਹਨ, ਜਦਕਿ ਕੈਨੇਡਾ ਦੀ ਲੀਡਰਸ਼ਿਪ ਕਲਾਈਮੇਟ ਐਮਰਜੈਂਸੀ ਬਾਰੇ ਗੰਭੀਰ ਨਹੀਂ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਬਾਈਡਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਇਸ ਨੂੰ ਸਹੀ ਦੱਸਿਆ ਹੈ। ਉਹਨਾਂ ਕਿਹਾ ਕਿ ਮੈਂ ਜੋ ਬਾਈਡਨ ਦੇ ਐਲਾਨ ਦੇ ਨਾਲ ਸਹਿਮਤ ਹਾਂ, ਮੈਂ ਪ੍ਰੋਜੈਕਟ ਨੂੰ ਸਪੋਰਟ ਨਹੀਂ ਕਰਦਾ। ਇਸ ਪਾਈਪਲਾਈਨ ਦੀ ਗੱਲ ਕਰੀਏ ਤਾਂ ਇਹ ਪਾਈਪਲਾਈਨ ਕੈਨੇਡਾ, ਖਾਸਕਰ ਐਲਬਰਟਾ ਦੀ ਆਰਥਿਕਤਾ ਦੇ ਲਈ ਅਹਿਮ ਹੈ। ਜੋ ਬਾਈਡਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਸ ਪਾਈਪਲਾਈਨ ਨੂੰ ਵਾਤਾਵਰਣ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਕਾਰਨ ਰੱਦ ਕਰਨ ਦੀ ਗੱਲ ਆਖੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਬੇ ਸਮੇਂ ਤੋਂ ਇਸ ਪ੍ਰੋਜੈਕਟ ਦਾ ਸਮਰਥਨ ਕੀਤਾ ਹੈ। 2013 ਦੇ ਵਿੱਚ ਲਿਬਰਲ ਲੀਡਰਸ਼ਿਪ ਦੇ ਲਈ ਕੰਮ ਕਰਦੇ ਵੀ ਉਹਨਾਂ ਨੇ ਪਾਈਪਲਾਈਨ ਦੀ ਹਿਮਾਇਤ ਕੀਤੀ ਸੀ, ਜਿਹੜੀ ਟੈਕਸਸ ਚੋਂ ਅਲਬਰਟਾ ਦੇ ਵਿੱਚ ਇੱਕ ਦਿਨ ਅੰਦਰ 80 ਲੱਖ ਬੈਰਲ ਤੋਂ ਵੱਧ ਰਿਫਾਈਨਰੀਜ਼ ਤੱਕ ਤੇਲ ਲੈ ਕੇ ਜਾਂਦੀ ਸੀ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਸਲੇ ਦੇ ਨਾਲ ਕਿਵੇਂ ਨਜਿੱਠਣਗੇ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਚੱਲੇਗਾ। ਸ਼ਿਕਾਗੋ 에ਅਰਪੋਰਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ 3 ਮਹੀਨੇ ਤੱਕ ਕੋਵਿਡ-19 ਦੇ ਡਰ ਕਾਰਨ ਲੁਕਿਆ ਰਿਹਾ। ਦਰਅਸਲ ਇਹ ਵਿਅਕਤੀ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਹੈ। ਇਸ ਵਿਅਕਤੀ ਦਾ ਨਾਮ ਅਦਿੱਤਿਆ ਸਿੰਘ ਦੱਸਿਆ ਗਿਆ ਹੈ। ਇਹ 에ਅਰਪੋਰਟ ਦੇ ਉੱਪਰ ਸ਼ਿਕਾਗੋ 에ਅਰਪੋਰਟ ਦੇ ਉੱਪਰ 3 ਮਹੀਨੇ ਪਹਿਲਾਂ, ਜਾਣੀ ਕਿ ਅਕਤੂਬਰ ਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਕੋਵਿਡ-19 ਵਾਇਰਸ ਤੋਂ ਇਸ ਨੂੰ ਡਰ ਸੀ, ਆਪਣੇ ਘਰ ਜਾਣ ਤੋਂ ਡਰ ਰਿਹਾ ਸੀ, ਜਿਸ ਦੇ ਚੱਲਦਿਆਂ ਇਹ ਇੱਕ ਬੈਚ ਚੋਰੀ ਕਰਕੇ ਉੱਥੇ ਹੀ ਰਹਿੰਦਾ ਰਿਹਾ, ਪਰ ਕਿਸੇ ਨੂੰ ਪਤਾ ਨਹੀਂ ਚੱਲਿਆ। ਪਰ ਜਦੋਂ ਇੱਕ ਵਾਰ ਸ਼ੱਕ ਪੈਣ ਤੇ ਉਸ ਦੀ ਪੁੱਛਗਿੱਛ ਕੀਤੀ ਗਈ, ਆਈਡੀ ਮੰਗੀ ਗਈ, ਤਾਂ ਫਿਰ ਪਤਾ ਚੱਲਿਆ ਕਿ ਜੋ ਆਈਡੀ ਦੇ ਵਿੱਚ ਵਿਅਕਤੀ ਹੈ ਉਹ ਅਦਿੱਤਿਆ, ਜਾਣੀ ਕਿ ਜੋ ਵਿਅਕਤੀ ਉੱਥੇ ਰਹਿ ਰਿਹਾ ਸੀ ਉਹ ਨਹੀਂ ਸੀ। ਉਸ ਤੋਂ ਬਾਅਦ ਪੁਲਿਸ ਨੇ ਜਾਂਚ ਅਜੇ ਆਪਣੀ ਜਾਰੀ ਰੱਖੀ ਹੋਈ ਹੈ। ਜਾਂਚ ਇਸ ਦੇ ਉੱਪਰ ਕੀਤੀ ਜਾ ਰਹੀ ਹੈ। ਉਹ ਸ਼ਿਕਾਗੋ ਕਿਉਂ ਆਇਆ ਸੀ, ਜਾਣੀ ਅਦਿੱਤਿਆ ਸ਼ਿਕਾਗੋ ਕਿਉਂ ਆਇਆ ਸੀ, ਇਸ ਦੇ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ, ਪਰ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਇਸ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈ। ਕੋਵਿਡ-19 ਵਾਇਰਸ ਦੀ ਜਦ ਸ਼ੁਰੂਆਤ ਹੋਈ ਸੀ ਤਾਂ ਹਰ ਕਿਸੇ ਦੇ ਮਨ ਦੇ ਵਿੱਚ ਡਰ ਭਰ ਗਿਆ ਸੀ, ਪਰ ਇੱਕ ਕੈਲੀਫੋਰਨੀਆ ਦਾ ਵਿਅਕਤੀ ਅਜਿਹਾ ਹੈ ਜਿਸ ਦੇ ਮਨ ਵਿੱਚ ਕੋਰੋਨਾ ਵਾਇਰਸ ਦਾ ਡਰ ਇਸ ਕਦਰ ਬੈਠਾ ਹੈ ਕਿ ਉਹ ਸ਼ਿਕਾਗੋ 에ਅਰਪੋਰਟ ਤੇ 3 ਮਹੀਨੇ ਸੁੱਤਾ ਰਿਹਾ। ਇਸ ਵਿਅਕਤੀ ਦਾ ਨਾਮ ਅਦਿੱਤਿਆ ਸਿੰਘ ਹੈ ਅਤੇ ਇਸ ਦੀ ਉਮਰ 36 ਸਾਲ ਦੀ ਹੈ। ਅਦਿੱਤਿਆ ਲਾਸ ਏਂਜਲਸ ਤੋਂ ਸ਼ਿਕਾਗੋ ਅਕਤੂਬਰ 19, 2020 ਨੂੰ ਆਇਆ। ਉਦੋਂ ਤੋਂ ਹੁਣ ਤੱਕ ਅਦਿੱਤਿਆ 에ਅਰਪੋਰਟ ਦੇ ਉੱਪਰ ਹੀ ਰਿਹਾ ਜਦੋਂ ਤੱਕ ਉਸ ਨੂੰ ਲੱਭਿਆ ਨਾ ਗਿਆ। ਇਸ ਦੀ ਜਾਣਕਾਰੀ ਅਥਾਰਟੀਜ਼ ਵੱਲੋਂ ਸਾਂਝੀ ਕੀਤੀ ਗਈ। ਅਦਿੱਤਿਆ ਨੇ ਅਕਤੂਬਰ 26 ਨੂੰ ਆਪਰੇਸ਼ਨਸ ਮੈਨੇਜਰ ਦਾ ਬੈਚ ਖੋਲ੍ਹਿਆ, ਜਿਸ ਦੇ ਚੱਲਦਿਆਂ ਇਸ ਵੱਲੋਂ ਜ਼ਿਆਦਾ ਸਮਾਂ 에ਅਰਪੋਰਟ ਸਿਕਿਉਰ ਜ਼ੋਨ ਦੇ ਵਿੱਚ ਬਿਤਾਇਆ ਗਿਆ, ਜਿੱਥੇ ਯਾਤਰੀਆਂ ਤੋਂ ਇਸ ਨੂੰ ਖਾਣਾ ਮਿਲਦਾ ਰਿਹਾ ਅਤੇ ਇਸ ਦੇ ਉੱਪਰ ਕਿਸੇ ਦੀ ਵੀ ਨਜ਼ਰ ਨਹੀਂ ਪਈ। ਅਦਿੱਤਿਆ ਦਾ ਪਤਾ ਉਸ ਵੇਲੇ ਲੱਗਿਆ ਜਦੋਂ 2 ਯੂਨਾਈਟਿਡ 에ਅਰਲਾਈਨ ਦੇ EMPLOYEES ਨੇ ਉਸ ਉੱਪਰ ਸ਼ੱਕ ਦੇ ਚੱਲਦਿਆਂ ਆਈਡੀ ਮੰਗੀ, ਤੇ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਆਈਡੀ ਵਾਲਾ ਬੰਦਾ ਨਹੀਂ ਹੈ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ। ਪੁਲਿਸ ਨੂੰ ਅਦਿੱਤਿਆ ਨੇ ਦੱਸਿਆ ਕਿ ਉਸ ਨੇ ਇਸ ਤਰ੍ਹਾਂ ਡਰ ਦੀ ਵਜ੍ਹਾ ਦੇ ਨਾਲ ਕੀਤਾ ਹੈ। ਉਹ ਕੋਵਿਡ ਦੇ ਡਰ ਕਾਰਨ ਘਰ ਨਹੀਂ ਜਾਣਾ ਚਾਹੁੰਦਾ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਅਦਿੱਤਿਆ ਸ਼ਿਕਾਗੋ ਕਿਉਂ ਆਇਆ ਸੀ।
ਅਜੇ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਅਦਿੱਤੇ ਦੇ ਪਬਲਿਕ ਡਿਫੈਂਡਰ ਨੇ ਦੱਸਿਆ ਹੈ ਕਿ ਉਹ ਐਲਏ ਦੇ ਸਬਰਬ ਦੇ ਵਿੱਚ ਰਹਿੰਦਾ ਹੈ। ਉਸ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ। ਉਸ ਕੋਲ ਹਸਪਿਟੈਲਿਟੀ ਦੀ ਮਾਸਟਰ ਡਿਗਰੀ ਹੈ ਅਤੇ ਉਹ ਬੇਰੁਜ਼ਗਾਰ ਹੈ। ਅਦਿੱਤੇ ਦੀ ਬੇਲ $10,000 ਦੇ ਵਿੱਚ ਹੋ ਗਈ ਹੈ। 27 ਜਨਵਰੀ ਨੂੰ ਉਸ ਨੂੰ ਕੋਰਟ ਅੱਗੇ ਪੇਸ਼ ਕੀਤਾ ਜਾਵੇਗਾ। ਕੋਵਿਡ-19 ਵਾਇਰਸ ਦਾ ਅਸਰ ਸਿਹਤ ਦੇ ਉੱਪਰ ਹੀ ਨਹੀਂ ਪਿਆ ਬਲਕਿ ਰੋਜ਼ਗਾਰ ਦੇ ਉੱਪਰ ਵੀ ਪਿਆ ਹੈ। ਬਹੁਤ ਸਾਰੇ ਲੋਕਾਂ ਦੀ ਇਸ ਕਰੋਨਾ ਵਾਇਰਸ ਕਾਰਨ ਨੌਕਰੀ ਗਈ ਹੈ ਕਿਉਂਕਿ ਇਹ ਹਦਾਇਤਾਂ ਜੋ ਜਾਰੀ ਕੀਤੀਆਂ ਗਈਆਂ ਸਨ ਉਸ ਦੇ ਚੱਲਦਿਆਂ ਬਹੁਤ ਸਾਰੇ ਕਾਰੋਬਾਰਾਂ ਨੂੰ ਬੰਦ ਕਰਨਾ ਪਿਆ, ਜਿਸ ਦੇ ਚੱਲਦਿਆਂ ਬਹੁਤ ਸਾਰੇ ਅਜਿਹੇ ਲੋਕ ਸਨ ਜਿਨ੍ਹਾਂ ਦੀ ਨੌਕਰੀ ਇਸ ਦੌਰਾਨ ਚਲੀ ਗਈ ਹੈ। ਅਪ੍ਰੈਲ 2020 ਤੋਂ ਹੁਣ ਤੱਕ ਕੈਨੇਡਾ ਦੇ ਵਿੱਚ ਇੰਪਲੋਇਮੈਂਟ ਪਹਿਲੀ ਵਾਰ ਡਿੱਗੀ ਹੈ। ਦਸੰਬਰ ਦੇ ਵਿੱਚ 63,000 ਨੌਕਰੀਆਂ ਘਟੀਆਂ ਹਨ। ਕਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦਾ ਅਸਰ ਕੈਨੇਡਾ ਦੀ ਲੇਬਰ ਮਾਰਕੀਟ ਦੇ ਉੱਪਰ ਵੀ ਪਿਆ ਹੈ। ਦਸੰਬਰ 2020 ਦੇ ਵਿੱਚ 1.1 ਮਿਲੀਅਨ ਵਰਕਰਸ ਇਕਨੋਮਿਕ ਸ਼ਟਡਾਊਨ ਦਾ ਸ਼ਿਕਾਰ ਹੋਏ ਹਨ। ਅਪ੍ਰੈਲ 2020 ਦੇ ਵਿੱਚ ਇਹ ਨੰਬਰ 5.5 ਮਿਲੀਅਨ ਦਾ ਸੀ। ਪਾਰਟ ਟਾਈਮ ਰੋਜ਼ਗਾਰ ਦੇ ਵਿੱਚ ਵੀ 99,000 ਦਾ ਘਾਟਾ ਦੇਖਿਆ ਗਿਆ। ਇਹਨਾਂ ਵਿੱਚੋਂ ਜ਼ਿਆਦਾਤਰ ਯੰਗ ਪੀਪਲ ਯਾਨੀ ਕਿ ਨੌਜਵਾਨ ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਹੈ ਅਤੇ ਜਿਨ੍ਹਾਂ ਦੀ ਉਮਰ 55 ਜਾਂ ਫਿਰ ਇਸ ਤੋਂ ਵੱਧ ਹੈ ਦੀ ਪਾਰਟ ਟਾਈਮ ਨੌਕਰੀ ਗਈ ਹੈ। ਸੈਲਫ ਇੰਪਲੋਇਮੈਂਟ ਦੇ ਵਿੱਚ ਵੀ 6.8% ਦਾ ਘਾਟਾ ਦੇਖਿਆ ਗਿਆ। ਦਸੰਬਰ ਮਹੀਨੇ ਦੇ ਵਿੱਚ ਅਨਇੰਪਲੋਇਮੈਂਟ ਰੇਟ 8.6% ਰਿਹਾ। ਨਵੰਬਰ ਦੇ ਵਿੱਚ ਇਹ ਅੰਕੜਾ 8.5% ਸੀ, ਜਦਕਿ ਫਰਵਰੀ ਮਹੀਨੇ ਦੇ ਵਿੱਚ ਬੇਰੁਜ਼ਗਾਰੀ ਦਰ 5.6% ਸੀ। ਸਰਵਿਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ ਵੀ ਇੰਪਲੋਇਮੈਂਟ ਪਹਿਲੀ ਵਾਰ ਘਟੀ ਹੈ, ਜਦਕਿ ਦਸੰਬਰ ਦੇ ਵਿੱਚ ਮੈਨੂਫੈਕਚਰਿੰਗ ਇੰਪਲੋਇਮੈਂਟ ਦੇ ਵਿੱਚ 1500 ਦਾ ਵਾਧਾ ਦੇਖਿਆ ਗਿਆ। ਇਸ ਸਭ ਦਾ ਕਾਰਨ ਕੋਵਿਡ-19 ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਨੇ ਉਹ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਅਸਰ ਕੈਨੇਡਾ ਦੀ ਲੇਬਰ ਮਾਰਕੀਟ ਦੇ ਉੱਪਰ ਵੀ ਦੇਖਣ ਨੂੰ ਮਿਲਿਆ। ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਈ ਬੱਚਾ ਕੋਵਿਡ-19 ਪੋਜ਼ਿਟਿਵ ਜੋ ਹੈ ਉਹ ਆਈਸੀਯੂ ਦੇ ਵਿੱਚ ਦਾਖਲ ਹੋਵੇ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲਗਾਤਾਰ ਕਰੋਨਾ ਦੇ ਜੋ ਮਾਮਲੇ ਨੇ ਉਹਨਾਂ ਦੀ ਰਫ਼ਤਾਰ ਵੀ ਘਟਦੀ ਹੋਈ ਦਿਖਾਈ ਦੇ ਰਹੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਘਟਦੀ ਹੋਈ ਦਿਖਾਈ ਦੇ ਰਹੀ ਹੈ ਜੋ ਇੱਕ ਚੰਗਾ ਸੰਕੇਤ ਵੀ ਹੈ। ਸੋ ਇਸ ਦੇ ਬਾਰੇ ਵਿੱਚ ਪੂਰੀ ਡਿਟੇਲ 'ਚ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਅੰਦਰ। ਬ੍ਰਿਟਿਸ਼ ਕੋਲੰਬੀਆ ਹੈਲਥ ਡਾਟਾ ਦੇ ਵਿੱਚ ਸਾਹਮਣੇ ਆਇਆ ਹੈ ਕਿ ਬੱਚਾ ਕੋਵਿਡ-19 ਦੇ ਕਾਰਨ ਇੰਟੈਂਸਿਵ ਕੇਅਰ ਅਧੀਨ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਬੱਚਾ ਇਸ ਵਾਇਰਸ ਦੇ ਕਾਰਨ ਆਈਸੀਯੂ ਦੇ ਵਿੱਚ ਦਾਖਲ ਹੋਇਆ ਹੋਵੇ। ਬ੍ਰਿਟਿਸ਼ ਕੋਲੰਬੀਆ ਡਿਜ਼ੀਜ਼ ਕੰਟਰੋਲ ਮੁਤਾਬਕ ਇੱਥੇ ਕਰੋਨਾ ਮਾਮਲੇ ਅਤੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਘਟੀ ਹੈ। ਇਸ ਤੋਂ ਪਹਿਲਾਂ ਅਕਤੂਬਰ 4 ਤੋਂ ਦਸੰਬਰ 19 ਦਰਮਿਆਨ ਕੇਸ ਅਤੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਦੇਖਿਆ ਗਿਆ ਸੀ। ਨਵੰਬਰ 22 ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਕੇਸ ਪੀਕ ਦੇ ਉੱਪਰ ਸਨ। ਦਸੰਬਰ 18 ਦੀ ਰਿਪੋਰਟ ਦੇ ਮੁਤਾਬਕ 10 ਸਾਲ ਅਤੇ ਇਸ ਤੋਂ ਘੱਟ ਉਮਰ ਵਾਲੇ 15 ਬੱਚੇ ਹਸਪਤਾਲ ਦੇ ਵਿੱਚ ਸਨ ਅਤੇ 11 ਬੱਚੇ ਜਿਨ੍ਹਾਂ ਦੀ ਉਮਰ 10 ਤੋਂ 19 ਸਾਲ ਦੀ ਕੈਟਾਗਰੀ ਦੇ ਨਾਲ ਸੰਬੰਧਿਤ ਹੈ ਉਹ ਵੀ ਹਸਪਤਾਲ ਦੇ ਵਿੱਚ ਸਨ। ਜਨਵਰੀ 9 ਤੱਕ ਅੰਡਰ 30 ਕਿਸੇ ਦੀ ਵੀ ਮੌਤ ਇਸ ਵਾਇਰਸ ਕਾਰਨ ਨਹੀਂ ਹੋਈ। ਪੈਂਡੈਮਿਕ ਦੀ ਸ਼ੁਰੂਆਤ ਤੋਂ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2,501 ਬੱਚੇ ਕਰੋਨਾ ਦਾ ਸ਼ਿਕਾਰ ਹੋਏ ਹਨ। 2,100 ਬੱਚੇ ਸਕੂਲ ਦੇ ਵਿੱਚ ਐਕਸਪੋਜ਼ਰ ਦੌਰਾਨ ਪੋਜ਼ਿਟਿਵ ਪਾਏ ਗਏ। ਵੈਂਕੂਵਰ ਕੋਸਟਲ ਹੈਲਥ ਮੁਤਾਬਕ ਸਤੰਬਰ ਤੋਂ ਦਸੰਬਰ ਤੱਕ 10% ਤੋਂ ਘੱਟ ਸਟਾਫ ਅਤੇ ਸਟੂਡੈਂਟਸ ਕਰੋਨਾ ਵਾਇਰਸ ਦਾ ਸ਼ਿਕਾਰ ਹੋਏ ਹਨ। ਓਨਟਾਰੀਓ ਦੇ ਵਿੱਚ ਕੋਵਿਡ-19 ਦੇ ਜੋ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਉਸਨੇ ਚਿੰਤਾ ਸਿਹਤ ਮਾਹਿਰਾਂ ਦੀ ਵਧਾ ਦਿੱਤੀ। ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਸਟੇ ਐਟ ਹੋਮ ਦੇ ਆਰਡਰ ਜਾਰੀ ਕੀਤੇ ਗਏ ਹਨ, ਪਰ ਹੁਣ ਇੱਕ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਦਰਅਸਲ ਇੱਕ ਟੌਪ ਦੇ ਡਾਕਟਰ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਹਾਲਾਤ ਕਾਬੂ ਦੇ ਵਿੱਚ ਨਹੀਂ ਰਹਿੰਦੇ ਜਾਂ ਫਿਰ ਲੋਕਾਂ ਵੱਲੋਂ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾਂਦਾ, ਗੰਭੀਰਤਾ ਦੇ ਨਾਲ ਇਹਨਾਂ ਨੂੰ ਨਹੀਂ ਲਿਆ ਜਾਂਦਾ ਤਾਂ ਫਿਰ ਰੋਜ਼ਾਨਾ ਮਾਮਲੇ 40,000 ਦੇ ਕਰੀਬ ਸਾਹਮਣੇ ਆ ਸਕਦੇ ਹਨ। ਇਸ ਦੇ ਕਰਕੇ ਸ਼ੰਕਾ ਪ੍ਰਗਟ ਕੀਤੀ ਗਈ ਹੈ ਕਿਉਂਕਿ ਹੁਣ ਬ੍ਰਿਟੇਨ ਦੇ ਵਿੱਚ ਜੋ ਕੋਵਿਡ-19 ਦਾ ਨਵਾਂ ਸਟ੍ਰੇਨ ਮਿਲਿਆ ਉਹ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਤੇ ਓਨਟਾਰੀਓ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਨੇ। ਓਨਟਾਰੀਓ ਦੇ ਵਿੱਚ ਰੋਜ਼ਾਨਾ ਵੱਧ ਰਹੀ ਕੋਵਿਡ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅਜਿਹੇ ਦੇ ਵਿੱਚ ਇੱਕ ਚਿੰਤਾ ਦਾ ਹੋਰ ਪ੍ਰਗਟਾਵਾ ਕੀਤਾ ਗਿਆ ਹੈ। ਇਹ ਚਿੰਤਾ ਹੈ ਕਿ ਓਨਟਾਰੀਓ ਦੇ ਵਿੱਚ ਰੋਜ਼ਾਨਾ 40,000 ਨਵੇਂ ਕਰੋਨਾ ਮਾਮਲੇ ਵੱਧ ਸਕਦੇ ਹਨ। ਓਨਟਾਰੀਓ ਦੀ ਕੋਵਿਡ-19 ਸਲਾਹਕਾਰ ਕਮੇਟੀ ਦੇ ਚੋਟੀ ਦੇ ਡਾਕਟਰ ਦਾ ਕਹਿਣਾ ਹੈ ਕਿ ਫਰਵਰੀ ਦੇ ਅੰਤ ਤੱਕ ਸੂਬੇ ਵਿੱਚ ਹਰ ਦਿਨ 40,000 ਨਵੇਂ ਮਾਮਲੇ ਦੇਖਣ ਨੂੰ ਮਿਲ ਸਕਦੇ ਨੇ। ਉਹਨਾਂ ਇਸ ਚਿੰਤਾ ਦਾ ਪ੍ਰਗਟਾਵਾ ਇਸ ਕਰਕੇ ਕੀਤਾ ਕਿਉਂਕਿ ਯੂਕੇ ਦੇ ਵਿੱਚ ਜੋ ਨਵਾਂ ਕੋਵਿਡ-19 ਦਾ ਸਟ੍ਰੇਨ ਪਾਇਆ ਗਿਆ ਉਸ ਦੇ ਮਾਮਲੇ ਵੀ ਵਾਧੇ ਇੱਥੇ ਦਿਖਾਈ ਦੇ ਰਹੇ ਹਨ।
ਡਾਕਟਰ ਪੀਟਰ ਜੁਨੀ ਨੇ ਇੱਕ ਇੰਟਰਵਿਊ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੋਕ ਮੌਜੂਦਾ ਲਾਕਡਾਊਨ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ, ਆਪਣੇ ਘਰਾਂ ਦੇ ਵਿੱਚ ਨਹੀਂ ਰਹਿੰਦੇ, ਤਾਂ ਓਨਟਾਰੀਓ ਦੇ ਵਿੱਚ ਕੋਰੋਨਾ ਵਾਇਰਸ ਦਾ ਫੈਲਾਅ ਤੇਜ਼ੀ ਦੇ ਨਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਦਾ ਉਲੰਘਣ ਕੀਤਾ ਜਾਂਦਾ ਰਿਹਾ ਤਾਂ ਰੋਜ਼ਾਨਾ 30,000 ਤੋਂ 40,000 ਮਾਮਲੇ ਆਰਾਮ ਦੇ ਨਾਲ ਸਾਹਮਣੇ ਆ ਸਕਦੇ ਹਨ। ਦੱਸਣਯੋਗ ਹੈ ਕਿ ਓਨਟਾਰੀਓ ਦੇ ਵਿੱਚ ਪਿਛਲੇ ਹਫ਼ਤੇ ਐਮਰਜੈਂਸੀ ਲਾਈ ਗਈ ਹੈ। ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਫੈਸਲਾ ਵਿਗਿਆਨਕ ਸਲਾਹਕਾਰ ਸਮੂਹ ਵੱਲੋਂ ਇੱਕ ਰਿਪੋਰਟ ਜਾਰੀ ਕਰਨ ਦੇ 3 ਹਫ਼ਤੇ ਬਾਅਦ ਸਾਹਮਣੇ ਆਇਆ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੋਵਿਡ-19 ਦੇ ਫੈਲਣ ਨੂੰ ਘੱਟ ਕਰਨ ਦੇ ਲਈ ਪਹਿਲੀਆਂ ਕੋਸ਼ਿਸ਼ਾਂ ਕੰਮ ਨਹੀਂ ਕਰ ਰਹੀਆਂ। ਡਾਕਟਰ ਪੀਟਰ ਨੇ ਕਿਹਾ ਕਿ ਉੱਭਰਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਓਨਟਾਰੀਓ ਦੇ ਕੋਵਿਡ-19 ਮਾਮਲਿਆਂ ਨੂੰ ਤੇਜ਼ੀ ਦੇ ਨਾਲ ਵਧਾ ਸਕਦਾ ਹੈ, ਪਰ ਲੋਕਾਂ ਨੂੰ ਜ਼ਰੂਰਤ ਹੈ ਕਿ ਹੁਣ ਸਾਵਧਾਨੀ ਵਰਤਣ ਅਤੇ ਪਾਬੰਦੀਆਂ ਨੂੰ ਗੰਭੀਰਤਾ ਦੇ ਨਾਲ ਲੈਣ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਅੱਜ ਕਿੰਨੇ ਮਾਮਲੇ ਕਿੱਥੋਂ ਸਾਹਮਣੇ ਆਏ ਨੇ, ਜਾਣਕਾਰੀ ਇਸ ਖਬਰ ਦੇ ਵਿੱਚ ਦੇਵਾਂਗੇ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਅੰਦਰ ਕੇਸਿਸ ਓਵਰਵਿਊ ਕੀ ਹੈ। ਓਨਟਾਰੀਓ ਦੇ ਵਿੱਚ ਕੋਵਿਡ-19 ਦੇ 24 ਘੰਟੇ ਦੌਰਾਨ 2,578 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਟੋਰਾਂਟੋ ਤੋਂ 815, ਪੀਲ ਰੀਜਨ ਤੋਂ 507, ਯਾਰਕ ਰੀਜਨ ਤੋਂ 151, ਨਾਇਗਰਾ ਰੀਜਨ ਤੋਂ 151 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਓਨਟਾਰੀਓ ਤੋਂ 15 ਨਵੇਂ ਮਾਮਲੇ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਨਾਲ ਸੰਬੰਧਿਤ ਸਾਹਮਣੇ ਆਏ ਹਨ। ਬੀਤੇ 24 ਘੰਟੇ ਦੌਰਾਨ 40,301 ਦੇ ਕਰੀਬ ਕੋਵਿਡ-19 ਦੇ ਟੈਸਟ ਕੀਤੇ ਗਏ ਨੇ। ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,571 ਹੈ, ਜਿਨ੍ਹਾਂ ਵਿੱਚੋਂ 394 ਇੰਟੈਂਸਿਵ ਕੇਅਰ ਅਧੀਨ ਹਨ, 303 ਵੈਂਟੀਲੇਟਰ ਦੇ ਉੱਪਰ ਹਨ। ਕਿਊਬੈਕ ਤੋਂ 1,634 ਮਾਮਲੇ ਰਿਕਾਰਡ ਕੀਤੇ ਗਏ, ਨਾਲ ਹੀ 32 ਮੌਤਾਂ ਇਸ ਵਾਇਰਸ ਕਾਰਨ ਇੱਥੇ ਦਰਜ ਕੀਤੀਆਂ ਗਈਆਂ ਨੇ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 19,925 ਐਕਟਿਵ ਕੋਵਿਡ-19 ਮਾਮਲੇ ਹਨ। ਹੁਣ ਤੱਕ ਇੱਥੇ 2,44,348 ਕੋਵਿਡ-19 ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਰਿਕਵਰ ਹੋਣ ਵਾਲੇ ਕੇਸਿਸ ਦੀ ਗਿਣਤੀ ਪ੍ਰੋਵਿੰਸ ਦੇ ਵਿੱਚ 2,15,325 ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,491 ਦੇ ਕਰੀਬ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 217 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 118 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਮੈਨੀਟੋਬਾ ਦੇ ਵਿੱਚ 773 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਹੁਣ ਤੱਕ ਕੈਨੇਡਾ ਦੇ ਵਿੱਚ 7,13,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 18,078 ਕੋਵਿਡ-19 ਦੇ ਕਾਰਨ ਜਾਨਾਂ ਵੀ ਜਾ ਚੁੱਕੀਆਂ ਹਨ। ਰਿਕਵਰ ਹੋਣ ਵਾਲੇ ਕੇਸਿਸ ਦੀ ਗੱਲ ਕਰੀਏ ਤਾਂ 6,21,000 ਦੇ ਕਰੀਬ ਉਹ ਮਰੀਜ਼ ਹਨ ਜਿਨ੍ਹਾਂ ਨੇ ਕੋਵਿਡ-19 ਵਾਇਰਸ ਨੂੰ ਮਾਤ ਦਿੱਤੀ ਹੈ। ਹਾਲ ਹੀ ਦੇ ਵਿੱਚ ਟਵਿੱਟਰ ਵੱਲੋਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਪਰ ਕਾਰਵਾਈ ਕੀਤੀ ਗਈ, ਜਿੱਥੇ ਉਹਨਾਂ ਦੇ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ। ਪਰ ਹੁਣ ਇੱਕ ਅਜਿਹੀ ਐਮਪੀ ਸੀ ਜੋ ਟਰੰਪ ਦੀ ਭਾਸ਼ਾ ਬੋਲਦੀ ਦਿਖਾਈ ਦੇ ਰਹੀ ਸੀ। ਦਰਅਸਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਵੱਲੋਂ ਜੋ ਜਵਾਬ ਦਿੱਤਾ ਗਿਆ, ਉਸ ਦੀ ਵੀਡੀਓ ਉਹਨਾਂ ਨੇ ਟਵਿੱਟਰ ਦੇ ਉੱਪਰ ਸਾਂਝੀ ਕੀਤੀ। ਇਸ ਦੇ ਵਿੱਚ ਲਗਾਤਾਰ ਉਸ ਗੱਲ ਦਾ ਹੀ ਜ਼ਿਕਰ ਕੀਤਾ ਗਿਆ ਸੀ ਜਿਸ ਦਾ ਟਰੰਪ ਲਗਾਤਾਰ ਕਰਦੇ ਆਏ ਨੇ, ਉਹ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਜੋ ਧੋਖਾਧੜੀ ਹੋਈ ਹੈ। ਇਸ ਟਵਿੱਟਰ ਦੇ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਬੋਲੀ ਗਈ ਹੈ, ਉਸ ਦੇ ਉੱਪਰ ਜੋ ਗੱਲ ਕਹੀ ਗਈ ਹੈ ਟਵਿੱਟਰ ਵੱਲੋਂ ਕਿ ਉਹ ਇੱਕ ਭੜਕਾਉਣ ਵਾਲੀ ਭਾਸ਼ਾ ਹੈ, ਕਾਰਵਾਈ ਕੀਤੀ ਗਈ ਹੈ ਤੇ ਇਸ ਐਮਪੀ ਦਾ ਵੀ ਅਕਾਊਂਟ ਬੰਦ ਕਰ ਦਿੱਤਾ ਗਿਆ। ਕੌਣ ਹੈ ਉਹ ਐਮਪੀ, ਦੱਸਾਂਗੇ ਇਸ ਖਬਰ ਦੇ ਵਿੱਚ। ਹਾਲ ਹੀ ਦੇ ਵਿੱਚ ਟਵਿੱਟਰ ਵੱਲੋਂ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਦੇ ਉੱਪਰ ਕਾਰਵਾਈ ਕੀਤੀ ਗਈ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ। ਪਰ ਹੁਣ ਟਵਿੱਟਰ ਵੱਲੋਂ ਇੱਕ ਹੋਰ ਐਮਪੀ ਦੇ ਉੱਪਰ ਵੀ ਕਾਰਵਾਈ ਕੀਤੀ ਗਈ ਹੈ। ਦਰਅਸਲ ਇਹ ਐਮਪੀ ਟਰੰਪ ਦੀ ਭਾਸ਼ਾ ਬੋਲ ਰਹੀ ਸੀ ਅਤੇ ਟਵਿੱਟਰ ਨੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ। ਜਿਸ ਤਰ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਣ ਦੇ ਵਿੱਚ ਧੋਖਾਧੜੀ ਦਾ ਦਾਅਵਾ ਕੀਤਾ ਗਿਆ, ਉਸੇ ਤਰ੍ਹਾਂ ਦਾ ਦਾਅਵਾ ਕਰਨ ਵਾਲੀ ਅਮਰੀਕਾ ਦੀ ਰਿਪਬਲਿਕਨ ਐਮਪੀ ਮਰਜ਼ੋਰੀ ਟੇਲਰ ਗ੍ਰੀਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਇਹ ਜਾਰਜੀਆ ਤੋਂ ਐਮਪੀ ਹੈ। ਇਸਨੇ ਟਵਿੱਟਰ ਤੇ ਨਸਲੀ ਟਿੱਪਣੀ ਦੇ ਨਾਲ ਹੀ ਭੜਕਾਉਣ ਵਾਲੇ ਵਿਚਾਰ ਪ੍ਰਗਟ ਕੀਤੇ ਸਨ। ਗ੍ਰੀਨ ਨੇ ਆਪਣਾ ਅਕਾਊਂਟ ਬੰਦ ਕੀਤੇ ਜਾਣ ਤੇ ਟਵਿੱਟਰ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਕਾਰਵਾਈ ਤੋਂ ਪਹਿਲਾਂ ਉਹਨਾਂ ਦੀ ਸਫਾਈ ਤੱਕ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਗ੍ਰੀਨ ਜਾਰਜੀਆ ਦੀ 14ਵੇਂ ਡਿਸਟ੍ਰਿਕਟ ਤੋਂ ਨਵੰਬਰ ਦੇ ਵਿੱਚ ਐਮਪੀ ਚੁਣੀ ਗਈ ਸੀ। ਗ੍ਰੀਨ ਦੇ ਇੰਟਰਨੈਟ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਫਾਲੋਅਰਸ ਹਨ। ਐਮਪੀ ਗ੍ਰੀਨ ਨੇ ਸਥਾਨਕ ਚੈਨਲ ਨੂੰ ਦਿੱਤੇ ਆਪਣੀ ਇੰਟਰਵਿਊ ਦੇ ਵਿੱਚ ਵੀਡੀਓ ਟਵਿੱਟਰ ਤੇ ਸ਼ੇਅਰ ਕੀਤੀ ਸੀ, ਜਿਸ ਦੇ ਵਿੱਚ ਚੋਣ ਵਿੱਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਨਸਲੀ ਟਿੱਪਣੀ ਤੇ ਭੜਕਾਉਣ ਵਾਲੇ ਵਿਚਾਰ ਪ੍ਰਗਟ ਕੀਤੇ ਸਨ। ਟਵਿੱਟਰ ਨੇ ਇਸ ਵੀਡੀਓ ਨੂੰ ਇਤਰਾਜ਼ਯੋਗ ਮੰਨਿਆ। ਟਵਿੱਟਰ ਨੇ ਕਿਹਾ ਕਿ ਇਸ ਦੇ ਨਾਲ ਹਿੰਸਾ ਭੜਕਣ ਦੀ ਸ਼ੰਕਾ ਹੋ ਸਕਦੀ ਹੈ।
ਖਾਲਸਾ ਏਡ ਵੱਲੋਂ ਨਿਰੰਤਰ ਆਪਣੀਆਂ ਹਰ ਜਗ੍ਹਾ ਦੇ ਉੱਪਰ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਜਿੱਥੇ ਵੀ ਕੋਈ ਵਿਪਤਾ ਹੋਈ ਹੈ ਉਹਨਾਂ ਵੱਲੋਂ ਉੱਥੇ ਪਹਿਲ ਦੇ ਆਧਾਰ ਦੇ ਉੱਪਰ ਜਾ ਕੇ ਸੇਵਾ ਕੀਤੀ ਗਈ ਹੈ। ਜ਼ਰੂਰਤਮੰਦ ਜਿਹੜੇ ਨੇ ਉਹਨਾਂ ਦੀ ਮਦਦ ਕੀਤੀ ਗਈ ਹੈ। ਸੋ ਹੁਣ ਇੱਕ ਹੋਰ ਖਿਤਾਬ ਉਹਨਾਂ ਦੇ ਨਾਮ ਜੁੜਨ ਜਾ ਰਿਹਾ ਹੈ। ਉਹ ਖਿਤਾਬ ਹੈ ਨੋਬਲ ਪੀਸ ਪ੍ਰਾਈਜ਼ ਦਾ। ਦਰਅਸਲ ਉਹਨਾਂ ਦਾ ਨਾਮ ਇਸ ਵਾਸਤੇ ਨੋਮੀਨੇਟ ਕੀਤਾ ਗਿਆ ਹੈ ਕੈਨੇਡਾ ਦੇ ਐਮਪੀਜ਼ ਵੱਲੋਂ। ਕੈਨੇਡਾ ਦੇ ਐਮਪੀ ਟਿਮ ਉਟਪਲ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇੱਕ ਲਿਸਟ ਜਾਰੀ ਕੀਤੀ ਹੈ, ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ तमाम ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਸੇਵਾਵਾਂ ਖਾਲਸਾ ਏਡ ਵੱਲੋਂ ਕੀਤੀਆਂ ਗਈਆਂ ਨੇ ਜਾਂ ਫਿਰ ਮੁਹੱਈਆ ਕਰਵਾਈਆਂ ਗਈਆਂ ਨੇ। ਖਾਲਸਾ ਏਡ ਦੇ ਨਾਮ ਹੁਣ ਇੱਕ ਹੋਰ ਖਿਤਾਬ ਜੁੜਨ ਜਾ ਰਿਹਾ ਹੈ। ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨੋਮੀਨੇਟ ਕੀਤਾ ਗਿਆ ਹੈ। ਕੈਨੇਡਾ ਦੇ 3 ਸਿਆਸੀ ਆਗੂਆਂ ਨੇ ਇਸ ਦੀ ਸਿਫਾਰਿਸ਼ ਕੀਤੀ ਹੈ। ਇਸ ਦੀ ਜਾਣਕਾਰੀ ਖੁਦ ਸਿਆਸੀ ਆਗੂਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸਾਂਝੀ ਕੀਤੀ ਗਈ ਹੈ। ਦਰਅਸਲ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ontario ਦੇ ਐਮਪੀਪੀ ਪ੍ਰਭਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉਪਲ ਵੱਲੋਂ ਸਿੱਖ ਚੈਰੀਟੇਬਲ ਸੰਸਥਾ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨੋਮੀਨੇਟ ਕੀਤਾ ਗਿਆ ਹੈ। ਐਮਪੀ ਟਿਮ ਉਪਲ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਖੁਦ ਸਾਂਝੀ ਕੀਤੀ ਗਈ ਹੈ। ਟਿਮ ਉਪਲ ਨੇ ਇਸ ਨੋਮੀਨੇਸ਼ਨ ਦੇ ਲਈ ਖਾਲਸਾ ਏਡ ਵੱਲੋਂ ਕੀਤੇ ਗਏ ਕੰਮਾਂ ਦੀ ਲਿਸਟ ਨੂੰ ਵੀ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕੀਤਾ ਹੈ। ਇਸ ਲਿਸਟ ਦੇ ਵਿੱਚ ਖਾਲਸਾ ਏਡ ਵੱਲੋਂ ਕੈਨੇਡਾ ਵਿਖੇ ਕੋਵਿਡ ਦੇ ਸਮੇਂ ਕੈਨੇਡੀਅਨ ਨਾਗਰਿਕਾਂ ਦੇ ਲਈ ਕੀਤੀ ਗਈ ਮਦਦ ਦਾ ਵੀ ਜ਼ਿਕਰ ਕੀਤਾ ਗਿਆ ਹੈ। ਟਿਮ ਉਪਲ ਦਾ ਕਹਿਣਾ ਹੈ ਕਿ ਉਹਨਾਂ ਦੀ ਇਸ ਕੋਸ਼ਿਸ਼ ਨੂੰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ontario ਦੇ ਐਮਪੀਪੀ ਪ੍ਰਭਮੀਤ ਸਰਕਾਰੀਆ ਵੱਲੋਂ ਵੀ ਹਮਾਇਤ ਕੀਤੀ ਜਾ ਰਹੀ ਹੈ। ਟਿਮ ਉਪਲ ਦੇ ਇਸ ਟਵੀਟ ਦੇ ਉੱਪਰ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਰੀਟਵੀਟ ਕਰਕੇ ਨਾਮਜ਼ਦਗੀ ਦੇ ਲਈ ਧੰਨਵਾਦ ਕੀਤਾ ਹੈ। ਦੱਸੀਏ ਕਿ ਕੋਵਿਡ-19 ਦੇ ਦੌਰਾਨ ਤੇ ਹੁਣ ਕਿਸਾਨ ਅੰਦੋਲਨ ਦੇ ਵਿੱਚ ਵੀ ਖਾਲਸਾ ਏਡ ਵੱਲੋਂ ਲਗਾਤਾਰ ਆਪਣੀ ਸੇਵਾ ਨਿਭਾਈ ਜਾ ਰਹੀ ਹੈ। ਹਾਲਾਂਕਿ ਉਹਨਾਂ ਦੇ ਉੱਪਰ ਸਮੇਂ ਦੇ ਉੱਪਰ ਕਈ ਸਵਾਲ ਵੀ ਖੜੇ ਹੋ ਰਹੇ ਹਨ। ਕਈ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ, ਪਰ ਇਸ ਦੇ ਨਾਲ ਹੀ ਆਮ ਤੋਂ ਖਾਸ ਹਰ ਵਰਗ ਤੋਂ ਖਾਲਸਾ ਏਡ ਨੂੰ ਸਪੋਰਟ ਮਿਲਦੀ ਹੋਈ ਵੀ ਨਜ਼ਰ ਆ ਰਹੀ ਹੈ। ਸੈਨ ਫਰਾਂਸਿਸਕੋ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੋਲੀਬਾਰੀ ਹੋਈ ਤੇ 5 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਇਹ ਜੋ 5 ਲੋਕ ਇਸ ਦੌਰਾਨ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ। ਰਾਹਤ ਦੀ ਖਬਰ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਜੋ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਇਸ ਸਮੇਂ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਕਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੇ ਬਾਰੇ ਵਿੱਚ ਜਾਣਕਾਰੀ ਅਜੇ ਪੁਲਿਸ ਨੇ ਨਹੀਂ ਸਾਂਝੀ ਕੀਤੀ, ਨਾ ਹੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜਾਂ ਫਿਰ ਨਹੀਂ ਹੋਈ। ਸੋ ਜਿੰਨੀ ਜਾਣਕਾਰੀ ਉਹਨਾਂ ਵੱਲੋਂ ਹੋਰ ਸਾਂਝੀ ਕੀਤੀ ਗਈ ਹੈ, ਦੇਖੋ ਇਸ ਖਬਰ ਦੇ ਰਾਹੀਂ। ਮਾਮਲਾ ਸੈਨ ਫਰਾਂਸਿਸਕੋ ਤੋਂ ਸਾਹਮਣੇ ਆਇਆ ਹੈ ਜਿੱਥੇ ਗੋਲੀਬਾਰੀ ਹੋਈ ਹੈ ਤੇ ਇਸ ਗੋਲੀਬਾਰੀ ਦੇ ਵਿੱਚ 5 ਵਿਅਕਤੀ ਜ਼ਖਮੀ ਹੋਏ ਹਨ। ਅਮਰੀਕਾ ਦੇ ਵਿੱਚੋਂ ਲਗਾਤਾਰ ਹਿੰਸਕ ਵਾਰਦਾਤਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ। ਪੁਲਿਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੇ ਬਾਅਦ ਵੀ ਅਪਰਾਧੀ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ। ਅਜਿਹੀ ਹੀ ਇੱਕ ਹਿੰਸਕ ਘਟਨਾ ਹੁਣ ਸੈਨ ਫਰਾਂਸਿਸਕੋ ਦੇ ਵਿੱਚ ਵਾਪਰੀ ਹੈ। ਇਹ ਘਟਨਾ ਟੈਂਡਰਲੋਇਨ ਜ਼ਿਲ੍ਹੇ ਦੇ ਇੱਕ ਸਟੋਰ ਦੇ ਵਿੱਚ ਵਾਪਰੀ ਹੈ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਜੋ ਇਹ ਘਟਨਾ ਸੈਨ ਫਰਾਂਸਿਸਕੋ ਦੇ ਵਿੱਚ ਵਾਪਰੀ ਹੈ ਇਸ ਦੇ ਵਿੱਚ ਘੱਟੋ-ਘੱਟ 5 ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤੇ ਉਹ ਡਾਕਟਰੀ ਸਹਾਇਤਾ ਨਾਲ ਲੈ ਕੇ ਘਟਨਾ ਵਾਲੇ ਸਥਾਨ ਤੇ ਪਹੁੰਚੇ। ਇਸ ਦੌਰਾਨ ਗੋਲੀਬਾਰੀ ਦੇ ਵਿੱਚ ਜੋ ਜ਼ਖਮੀ ਹੋਏ ਸਨ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਤੇ ਹੁਣ ਤੱਕ ਜੋ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਕੋਈ ਵੀ ਜਾਨੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ। ਇਸ ਘਟਨਾ ਸਥਾਨ ਤੋਂ ਪੁਲਿਸ ਵੱਲੋਂ ਗੋਲੀਬਾਰੀ ਦੇ ਨਾਲ ਸੰਬੰਧਿਤ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਇਸ ਦੇ ਬਾਰੇ ਜਾਣਕਾਰੀ ਅਜੇ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ। 20 ਜਨਵਰੀ ਨੂੰ ਅਮਰੀਕਾ ਦੀ ਅਗਲੀ ਉਪ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਕਮਲਾ ਹੈਰਿਸ ਸਹੁੰ ਚੁੱਕਣ ਜਾ ਰਹੀ ਹੈ। ਇਤਿਹਾਸ ਉਹਨਾਂ ਵੱਲੋਂ ਰਚਿਆ ਗਿਆ ਅਮਰੀਕਾ ਦੇ ਵਿੱਚ ਪਹਿਲੀ ਔਰਤ ਉਪ ਰਾਸ਼ਟਰਪਤੀ ਬਣਨ ਦਾ। ਉਹਨਾਂ ਵੱਲੋਂ ਇੱਕ ਖਾਸ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਖਾਸ ਗੱਲਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਇਸ ਮੌਕੇ ਜਿੱਥੇ ਉਹਨਾਂ ਦਾ ਜਨਮ ਹੋਇਆ ਹੈ ਜਾਨੀ ਕਿ ਜਿੱਥੇ ਉਹ ਪਲੀ ਵੱਡੀ ਹੋਈ ਹੈ ਕੈਲੀਫੋਰਨੀਆ, ਉਸ ਦਾ ਧੰਨਵਾਦ ਕੀਤਾ ਹੈ। ਉਸਨੇ ਦੱਸਿਆ ਹੈ ਕਿ ਜਿਸ ਆਫਿਸ ਦੇ ਵਿੱਚ ਉਹ ਇੱਕ ਬਤੌਰ ਸਟੂਡੈਂਟ ਦੇਖਿਆ ਕਰਦੀ ਸੀ ਕਿ ਕੰਮ ਕਿਵੇਂ ਹੁੰਦਾ ਹੈ, ਅੱਜ ਉਸ ਨੂੰ ਮੌਕਾ ਮਿਲੇਗਾ ਕਿ ਇਸ ਆਫਿਸ ਨੂੰ ਚਲਾਇਆ ਜਾਵੇ। 20 ਜਨਵਰੀ ਨੂੰ ਅਮਰੀਕਾ ਦੀ ਨਵੀਂ ਉਪ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਕਮਲਾ ਹੈਰਿਸ ਸਹੁੰ ਚੁੱਕਣ ਜਾ ਰਹੀ ਹੈ। ਅਮਰੀਕੀ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਔਰਤ ਅਮਰੀਕਾ ਦੇ ਵਿੱਚ ਉਪ ਰਾਸ਼ਟਰਪਤੀ ਬਣੀ ਹੋਵੇ। ਇਨੌਗ੍ਰੇਸ਼ਨ ਤੋਂ ਪਹਿਲਾਂ ਕਮਲਾ ਹੈਰਿਸ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦਾ ਕੈਪਸ਼ਨ ਉਹਨਾਂ ਨੇ ਦਿੱਤਾ ਹੈ ਥੈਂਕ ਯੂ ਕੈਲੀਫੋਰਨੀਆ।
ਇਸ ਵੀਡੀਓ ਦੇ ਵਿੱਚ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ, ਉਹਨਾਂ ਆਪਣੇ ਸਫ਼ਰ ਦੀ ਸਾਂਝ ਪਾਈ ਹੈ। ਇਸ ਵੀਡੀਓ ਦੇ ਵਿੱਚ ਉਹਨਾਂ ਵੱਲੋਂ ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ, ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Hi everybody. I just wanted to let you know how honored I've been to serve as a United States Senator from the place of my birth, the great state of California. Back when I was a sophomore at Howard University in 1984, I applied to be a Senate intern in the office of the then senior senator from California, Alan Cranston. And this kid from Oakland, I got chosen to be one of the interns. And who would have known, so many years later, I would actually run the office where I was once a student, watching the incredible work that a senator can do, and especially a senator from California. It has been such an honor to serve with a team that has worked so tirelessly, a state team that has been there, where we have received thousands of calls from our fellow Californians, constituents, concerned about whether they're getting their benefits as a veteran, concerned about FEMA protections during the wildfires, folks who have contacted us about helping them get support from various federal agencies when they needed help most. It has been an honor to serve when we have done the work in the United States Congress of fighting for climate protection and fighting knowing that California has been a leader and we can do what we've done in California as a nation. It's been an honor to serve with so many extraordinary American leaders in the Senate doing bipartisan work, whether it was work to end cash bail or the work to strengthen our national infrastructure around elections, or the work that we did to say that lynching should be a federal crime. These are some of the things that we have done over the course of my 4 years, and you gave me the honor of being able to serve. And so I just wanted to say thank you. Of course, I'm not saying goodbye. In many ways, I'm now saying hello as your Vice President. But I do want to thank you for the honor of representing the place of my birth as a proud daughter of California. Thank you. ਸੋ ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬਾਈਡਨ ਦਾ ਕੀਸਟੋਨ ਪਾਈਪਲਾਈਨ ਬਾਰੇ ਐਲਾਨ, ਟਰੂਡੋ ਨੂੰ ਝਟਕਾ, ਐਨਡੀਪੀ ਖੁਸ਼। ਕੋਰੋਨਾ ਦੇ ਡਰ ਤੋਂ 3 ਮਹੀਨੇ 에ਅਰਪੋਰਟ ਸੁੱਤਾ ਰਿਹਾ ਵਿਅਕਤੀ ਕੋਰੋਨਾ ਕਾਰਨ ਘਰ ਜਾਣ ਤੋਂ ਸੀ ਡਰਦਾ। ਕੋਰੋਨਾ ਵਾਇਰਸ ਨੇ ਖੋਇਆ ਕਈਆਂ ਦਾ ਰੋਜ਼ਗਾਰ, ਜਾਣੋ ਕਿੰਨੇ ਲੋਕਾਂ ਦੀ ਕੋਰੋਨਾ ਕਾਰਨ ਗਈ ਨੌਕਰੀ। ਪਹਿਲੀ ਵਾਰ ਬੱਚਾ ਕੋਰੋਨਾ ਕਾਰਨ ਆਈਸੀਯੂ ਦੇ ਵਿੱਚ ਦਾਖਲ, ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਆਇਆ ਸਾਹਮਣੇ। ਓਨਟਾਰੀਓ ਦੇ ਵਿੱਚ ਵੱਧ ਸਕਦੇ ਹਨ ਕੋਰੋਨਾ ਮਾਮਲੇ, ਰੋਜ਼ਾਨਾ ਵੱਧ ਸਕਦੇ ਹਨ 40,000 ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।